ਸਾਨੂੰ ਅੱਜ ਦੇ ਉਪਦੇਸ਼ ਅੰਦਰ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨੂੰ ਮਿਲਣ ਵਾਸਤੇ ਸਿਆਣਪਾਂ ਚਲਾਕੀਆਂ ਨੂੰ ਛੱਡ ਕੇ ਜਾਪ ਕਰਨਾ ਚਾਹੀਦਾ। ਇਹਦੇ ਬਾਰੇ ਵਿਚਾਰ ਕਰਨਗੇ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਬਚਨ ਅੰਦਰ ਸਤਿਗੁਰੂ ਜੀ ਸਾਨੂੰ ਸਿੱਖਿਆ ਦੇ ਰਹੇ ਆ। ਜਿੰਨੀਆਂ ਵੀ ਸਾਡੀਆਂ ਆਪਣੀਆਂ ਸਿਆਣਪਾਂ, ਜਿੱਡੀ ਵੀ ਸਾਡੀ ਆਪਣੀ ਸਮਝ ਸੰਸਾਰਕ ਮਨ ਦੀ ਮੱਤ ਨਾਲ, ਉਹਨਾਂ ਨੂੰ ਗੁਰਦੇਵ ਕਹਿੰਦੇ ਛੱਡ ਕੇ ਪਰਮਾਤਮਾ ਦਾ, ਪਰਮੇਸ਼ਰ ਦਾ ਨਾਮ ਜਪਣਾ ਕਰੋ। ਜਾਚ ਦੱਸ ਰਿਹਾ, ਛਾੜ ਸਗਲ ਸਿਆਣਪਾਂ ਸਾਧ ਸਰਣੀ ਆਓ। ਆਪਣੀਆਂ ਸਿਆਣਪਾਂ ਚਲਾਕੀਆਂ, ਸੰਸਾਰਕ ਕਾਰ ਵਿਹਾਰ, ਸੰਸਾਰਕ ਸਮਝ, ਮਾਇਆ ਨਾਲ ਸੰਪਰਕ, ਇਹਨਾਂ ਨੂੰ ਛੱਡ ਕੇ ਸਤ ਸੰਗਤ ਕਰੋ। ਸਾਧੂ ਜਨਾਂ ਦੇ ਵਿਚਾਰਾਂ ਨੂੰ ਸਰਵਣ ਕਰੋ। ਇਸ ਤਰ੍ਹਾਂ ਕਰੋਗੇ ਤੇ ਫਿਰ ਤੁਹਾਡਾ ਆਧਾਰ ਹੋ ਜਾਵੇਗਾ, ਬਚਾਅ ਹੋ ਜਾਵੇਗਾ। ਪਾਰ ਬ੍ਰਹਮ ਪਰਮੇਸ਼ਰੋ ਪ੍ਰਭ ਕੇ ਗੁਣ ਗਾਓ। ਉਸ ਪਰਮਾਤਮਾ ਪਰਮੇਸ਼ਰ ਦੇ, ਜਿਹੜਾ ਹਰ ਇੱਕ ਦੇ ਅੰਦਰ ਰਹਿੰਦਾ, ਉਹਦੇ ਗੁਣ ਗਾਉਣਾ ਕਰੋ, ਉਹਨੂੰ ਯਾਦ ਕਰੋ। ਉਸ ਪਰਮਾਤਮਾ ਨੂੰ, ਪਰਮੇਸ਼ਰ ਨੂੰ ਚੇਤਾ ਕਰੋ। ਜਿਹੜੀਆਂ ਬਾਕੀ ਦੁਨਿਆਵੀ ਵਿਚਾਰਾਂ ਸਾਰੀ ਦਿਹਾੜੀ ਚੱਲਦੀਆਂ ਰਹਿੰਦੀਆਂ, ਉਹਨਾਂ ਨੂੰ ਛੱਡ ਦਿਓ, ਕਿਉਂਕਿ ਉਹ ਵਿਚਾਰਾਂ ਯਾਦ ਕਰਨ ਨਾਲ, ਚਿਤਵਣ ਨਾਲ ਕਿਸੇ ਤਰ੍ਹਾਂ ਦਾ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਇਸ ਲਈ ਸਾਨੂੰ ਸੁਚੇਤ ਕਰਾ ਰਿਹਾ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਤੇ ਇੰਨੀਆਂ ਵੀ ਵਿਚਾਰਾਂ, ਗੱਲਾਂ ਬਾਤਾਂ ਸੰਸਾਰਕ ਵਿਸ਼ਿਆਂ 'ਤੇ ਚੱਲਦੀਆਂ ਰਹਿੰਦੀਆਂ, ਆਪਣੀ ਸਮਝ ਮੱਤ ਘੱਟ ਕਰਕੇ ਉੱਧਰੋਂ ਵਿਚਾਰਾਂ ਨੂੰ ਬਦਲ ਲਓ ਅਤੇ ਪਰਮੇਸ਼ਰ ਦੇ, ਪਰਮਾਤਮਾ ਦੇ ਗੁਣ ਗਾਉਣਾ ਕਰੋ। ਸਤਿਗੁਰੂ ਜੀ ਕਹਿੰਦੇ ਸੰਗਤ ਕਰੋ। ਸਤ ਸੰਗਤ ਵਿੱਚੋਂ ਗਿਆਨ ਉਪਦੇਸ਼ ਸਿੱਖੋ। ਸਾਧੂ ਜਨਾਂ ਦੀ ਸੰਗਤ ਕਰੋਗੇ ਤੇ ਤੁਹਾਨੂੰ ਇਹ ਸੰਸਾਰਕ ਵਕਾਰ ਦੁਖੀ ਨਹੀਂ ਕਰਨਗੇ। ਸਮਝ ਪੈ ਜਾਵੇਗੀ ਕਿ ਦੁੱਖਾਂ ਦਾ ਕਾਰਨ ਆਏ ਸੰਸਾਰ ਜਗਤ। ਛਾੜ ਸਗਲ ਸਿਆਣਪਾਂ ਸਾਧ ਸਰਣੀ ਆਓ। ਇਹ ਸਿਆਣਪਾਂ ਸੰਸਾਰ ਛੱਡ ਦਿਓ, ਸਤ ਸੰਗਤ ਕਰੋ। ਸਾਧੂ ਜਨਾਂ ਦੇ ਉਪਦੇਸ਼ ਨੂੰ ਸਿੱਖਣ ਦਾ ਯਤਨ ਕਰੋ। ਪਾਰ ਬ੍ਰਹਮ ਪਰਮੇਸ਼ਰੋ ਪ੍ਰਭ ਕੇ ਗੁਣ ਗਾਓ। ਉਹ ਪਰਿਪੂਰਨ ਪਰਮਾਤਮਾ, ਜਿਹੜਾ ਪਾਰਾਵਾਰ ਤੋਂ ਰਹਿਤ ਆ, ਸਾਰਿਆਂ ਨੂੰ ਭੋਜਨ ਦੇ ਰਿਹਾ, ਸਾਰਿਆਂ ਦੀ ਰੱਖਿਆ ਕਰ ਰਿਹਾ, ਉਹਦੇ ਗੁਣ ਗਾਓ, ਉਹਦਾ ਜਸ ਕਰੋ, ਉਹਦੀ ਉਪਮਾ ਕਰੋ। ਸੰਸਾਰਕ ਵਿਹਾਰਾਂ ਵਿੱਚ ਲੱਗ ਕੇ ਜੀਵਨ ਬਰਬਾਦ ਨਾ ਕਰੋ। ਰੇ ਚਿੱਤ ਚਰਨ ਕਮਲ ਆਰਾਧ। ਇਸ ਕਰਕੇ ਹੇ ਮੇਰੇ ਚਿੱਤ, ਹੇ ਮੇਰੇ ਮਨ, ਹੇ ਗੁਰੂ ਦੇ ਪਿਆਰਿਓ, ਉਸ ਪ੍ਰਭੂ ਪਰਮਾਤਮਾ ਦੇ ਚਰਨ ਕਮਲਾਂ ਦੀ ਆਰਾਧਨਾ ਕਰੋ। ਗੁਰੂ ਸ਼ਬਦ ਨੂੰ ਯਾਦ ਕਰੋ, ਗੁਰੂ ਮੰਤਰ ਦੀ ਆਰਾਧਨਾ ਕਰੋ। ਆਪਣੇ ਚਿੱਤ ਦੇ ਅੰਦਰ ਪਰਮਾਤਮਾ ਨੂੰ, ਪਰਮੇਸ਼ਰ ਨੂੰ ਚੇਤਾ ਕਰੋ। ਸਰਬ ਸੁਖ ਕਲਿਆਣ ਪਾਵੈ, ਮਿਟੇ ਸਗਲ ਆਪਾਦ। ਸਾਰੇ ਤਰ੍ਹਾਂ ਦੇ ਸੁੱਖ ਪ੍ਰਾਪਤ ਹੋਣਗੇ। ਅਤੇ ਇਹ ਜਿਹੜੀਆਂ ਆਦੀਆਂ ਵਿਆਦੀਆਂ ਉਪਾਧੀਆਂ ਸਾਨੂੰ ਦੁਖੀ ਕਰਦੀਆਂ, ਇਹ ਦੁਖੀ ਨਹੀਂ ਕਰਨਗੀਆਂ। ਜਨਮ ਤੋਂ ਜਦੋਂ ਪੈਦਾ ਹੁੰਦਾ ਬੱਚਾ, ਥੋੜ੍ਹੀ ਜਿਹੀ ਸੁਰਤ ਸੰਭਾਲਦਾ,
ਪਰਿਵਾਰ ਸੰਸਾਰ ਵਿੱਚੋਂ ਜਿਹੜੀ ਸਿੱਖਿਆ ਉਹਦੇ ਕੰਨਾਂ 'ਤੇ ਦਿਮਾਗ 'ਚ ਪੈਂਦੀ, ਉਹ ਆਦੀਆਂ ਪੈਦਾ ਹੁੰਦੀਆਂ। ਆਦੀਆਂ ਪਹਿਲੇ ਸਾਡੇ ਕੀਤੇ ਕਰਮਾਂ ਦੇ ਸਾਨੂੰ ਫਲ ਰੱਬ ਤੋਂ ਦੂਰ ਹੋਣ ਕਰਕੇ ਉਸੇ ਤਰ੍ਹਾਂ ਦੇ ਪ੍ਰਾਪਤ ਹੁੰਦੇ। ਜਿਉਂ-ਜਿਉਂ ਫਿਰ ਵਿਚਰਦੇ ਜਾਂਦੇ, ਫਿਰ ਵਿਆਧੀਆਂ ਬਣ ਜਾਂਦੀਆਂ, ਇੱਕ ਦੂਜੇ ਨਾਲ ਸੰਸਾਰਕ ਸਾਂਝ ਅਤੇ ਰੱਬ ਨਾਲੋਂ ਵਿਛੋੜਾ। ਇਹ ਸਾਨੂੰ ਫਿਰ ਦੁਖੀ ਕਰਦਾ। ਫਿਰ ਮਨ ਦੇ ਜਿੰਨੇ ਸਾਡੇ ਅੰਦਰ ਆਪਣੇ ਵਿਚਾਰ ਖੋਟ ਆ, ਉਹ ਉਪਾਧੀਆਂ ਬਣ ਜਾਂਦੀਆਂ। ਰੱਬ ਨੂੰ ਭੁੱਲ ਕੇ, ਪਰਮਾਤਮਾ ਨੂੰ ਯਾਦ ਨਾ ਕਰਕੇ ਮਨ ਦੇ ਅੰਦਰ ਜਿਹੜੇ ਖੋਟੇ ਵਿਚਾਰ ਚੱਲਦੇ ਰਹਿੰਦੇ। ਗੁਰਦੇਵ ਕਹਿੰਦੇ, ਸਰਬ ਸੁਖ ਕਲਿਆਣ ਪਾਵੇਂ, ਸਦਾ ਵਾਸਤੇ ਮੁਕਤ ਹੋ ਜਾਵੇਗਾ, ਸੁਖੀ ਹੋ ਜਾਵੇਗਾ। ਕਿਸੇ ਤਰ੍ਹਾਂ ਦਾ ਕੋਈ ਦੁਖੀ ਨਹੀਂ ਕਰੂਗਾ। ਮਿਟੈ ਸਗਲ ਉਪਾਧ। ਅਤੇ ਇਹ ਉਪਾਧੀਆਂ ਜਿਹੜੀਆਂ ਵਿਸ਼ਿਆਂ ਵਕਾਰਾਂ ਨਾਲ ਚੰਬੜਨ ਕਰਕੇ ਮਨੁੱਖ ਦੁਖੀ ਹੁੰਦਾ, ਦੁਖੀ ਨਹੀਂ ਹੋਵੇਗਾ। ਸਾਰੇ ਤਰ੍ਹਾਂ ਦੇ ਸੁੱਖ ਜਿਹੜੇ ਆ ਉਹ ਨਸੀਬ ਹੋਣਗੇ। ਮਾਤ ਪਿਤਾ ਸੁਤ ਮੀਤ ਭਾਈ, ਤਿਸ ਬਿਨਾ ਨਹੀਂ ਕੋਏ। ਵਾਹਿਗੁਰੂ ਪਰਮਾਤਮਾ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ। ਸਤਿਗੁਰੂ ਜੀ ਨੇ ਗਿਣ ਕੇ ਦੱਸੇ, ਮਾਤ ਪਿਤਾ, ਮੀਤ, ਸੁਤ, ਪੁੱਤਰ, ਪਰਿਵਾਰ, ਸੰਸਾਰ ਸੰਬੰਧੀ ਅਤੇ ਦੋਸਤ ਮਿੱਤਰ। ਵਾਹਿਗੁਰੂ ਪਰਮਾਤਮਾ ਦੀ ਦਰਗਾਹ ਵਿੱਚ ਜਦੋਂ ਆਪਾਂ ਜਾਵਾਂਗੇ, ਉੱਥੇ ਜਿੰਨਾ ਜਿੰਨਾ ਨਾਮ ਜਪਿਆ ਹੋਊਗਾ ਉਹਦਾ ਲਾਭ ਹੋਊਗਾ। ਇਹ ਬਾਕੀ ਦੇ ਰਿਸ਼ਤੇ ਨਾਤੇ ਇੱਥੇ ਰਹਿ ਜਾਣ। ਈ ਦੂਤ ਜੀ ਨਾਲ ਸੰਗੀ। ਈਦ ਦਾ ਮਤਲਬ ਇਸ ਲੋਕ ਵਿੱਚ, ਊਤ ਪਰਲੋਕ ਵਿੱਚ, ਪਰਮੇਸ਼ਰ ਦੀ ਦਰਗਾਹ ਵਿੱਚ। ਜੀ ਨਾਲ ਸੰਗੀ, ਸਾਡੇ ਜੀ ਦੇ ਨਾਲ ਜਾਣ ਵਾਲਾ ਪਰਮਾਤਮਾ ਦਾ, ਵਾਹਿਗੁਰੂ ਦਾ ਨਾਮ। ਸਰਬ ਰਵਿਆ ਸੋਏ, ਸਾਰੀਆਂ ਜਗ੍ਹਾ ਉੱਤੇ ਰਹਿ ਰਿਹਾ ਅਤੇ ਸਾਡੇ ਨਾਲ ਰਹਿੰਦਾ ਹੁਣ ਵੀ ਅਤੇ ਸੰਸਾਰ ਛੱਡਣ ਤੋਂ ਬਾਅਦ। ਇਹ ਵਿਚਾਰ ਜੇ ਗੁਰੂ ਦੇ ਉਪਦੇਸ਼ ਦੁਆਰਾ ਸਿੱਖੇ ਹੋਣ ਅਤੇ ਫਿਰ ਕੋਈ ਮਨੁੱਖ ਜ਼ੁਲਮੀ ਨਹੀਂ ਬਣਦਾ, ਕਿਸੇ ਨੂੰ ਦੁਖੀ ਨਹੀਂ ਕਰਦਾ। ਪਰਮਾਤਮਾ ਦਾ ਨਾਮ ਜਪਣ ਵਾਲਾ, ਗੁਰੂ ਦਾ ਪਿਆਰਾ ਭਗਤ, ਸੰਸਾਰ ਜਗਤ ਉੱਤੇ ਗੁਰਮੁਖਾਂ ਨੂੰ ਮਿਲਣ ਵਾਲਾ, ਸਤ ਸੰਗਤ ਕਰਨ ਵਾਲਾ, ਉਹਦਾ ਸੁਭਾਅ ਫਿਰ ਦੂਜਿਆਂ ਨੂੰ ਦੁਖੀ ਕਰਨ ਵਾਲਾ ਨਹੀਂ ਬਣਦਾ। ਹਮੇਸ਼ਾ ਹੀ ਜ਼ੁਲਮ ਦਾ ਨਾਸ਼ ਹੁੰਦਾ, ਦਲੀਲਾਂ ਨਾਲ ਮਸਲਾ ਹੱਲ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ, ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸਰਹੰਦ ਵਿੱਚ, ਕੱਟੜਤਾ ਕਰਕੇ ਆਪਣੇ ਮੁਸਲਮਾਨ ਧਰਮ ਵਿੱਚ ਸ਼ਾਮਲ ਕਰਨ ਵਾਸਤੇ, ਸੱਚਾਈ ਨੂੰ ਨਾ ਜਾਣ ਕੇ ਇਸ ਤਰ੍ਹਾਂ ਉਹ ਜ਼ੁਲਮੀ ਲੋਕਾਂ ਨੇ ਜ਼ੁਲਮ ਕੀਤਾ। ਮਨ ਅੰਦਰ ਸਾਡੇ ਆਪਣੇ ਵਿਚਾਰ ਜਿਹੜੇ ਉਹ ਸ਼ੁੱਧ ਬਣ ਜਾਣ, ਮਨ ਦੀ ਮੱਤ ਛੱਡ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਦੀ ਗੁਰੂ ਦੁਆਰਾ ਜਾਚ ਆ ਜਾਵੇ। ਮੱਤ ਆਪਣੀ ਛੱਡ ਕੇ ਗੁਰੂ ਦੀ ਕੋਈ ਗ੍ਰਹਿਣ ਕਰੇ ਅਤੇ ਫਿਰ ਨਾ ਆਪ ਦੁਖੀ ਹੁੰਦਾ ਅਤੇ ਨਾ ਦੂਜਿਆਂ ਨੂੰ ਹੀ ਦੁਖੀ ਕਰਦਾ। ਜਿੰਨੇ ਵੀ ਲਾਲਚ ਕਰਕੇ ਸੰਸਾਰ ਜਗਤ ਉੱਤੇ ਲੋਕ ਦੁਖੀ ਹੁੰਦੇ ਰਹਿੰਦੇ, ਉਹ ਸਾਰਿਆਂ ਦਾ ਇੱਕੋ ਇੱਕ ਸਾਧਨ ਹੈ, ਸਤ ਸੰਗਤ ਕਰਨੀ, ਸਤਿਗੁਰੂ ਦੇ ਵਚਨਾਂ ਨੂੰ ਸੁਣਨਾ। ਛਾੜ ਸਗਲ ਸਿਆਣਪਾਂ ਸਾਧ ਸਰਣੀ ਆਓ। ਇਹ ਜਿਹੜੀਆਂ ਸਿਆਣਪਾਂ ਚਲਾਕੀਆਂ ਗੁਰਦੇਵ ਕਹਿੰਦੇ ਨੂੰ ਛੱਡ ਦਿਓ,
ਸਤ ਸੰਗਤ ਕਰੋ, ਸਾਧੂ ਜਨਾਂ ਦੀ ਸ਼ਰਨ ਵਿੱਚ ਆ ਕਰਕੇ ਸੱਚਾਈ ਨੂੰ ਸਿੱਖੋ ਤੇ ਫਿਰ ਕਦੀ ਵੀ ਦੁਖੀ ਨਹੀਂ ਹੋਵੋਗੇ। ਇਹ ਉੱਤਮ ਸਿੱਖਿਆ ਵਾਹਿਗੁਰੂ ਦਾ ਪ੍ਰੀਤਮ ਦਾ ਨਾਮ ਜਿੰਨੇ ਵੀ ਜਪਿਆ, ਜਿੰਨਾ ਵੀ ਜਪਿਆ ਉਹਦੇ ਨਾਲ ਜਾਵੇਗਾ। ਈ ਤੂਤ ਜੀ ਨਾਲ ਸੰਗੀ, ਇੱਥੇ ਵੀ ਨਾਲ ਆ, ਸਰੀਰ ਛੱਡ ਕੇ ਵੀ ਨਾਲ ਆ। ਸਰਬ ਰਵਿਆ ਸੋਏ, ਉਹ ਪਰਮਾਤਮਾ ਸਭ ਜਗ੍ਹਾ ਉੱਤੇ ਪੂਰਨ ਦਾ ਪੂਰਨ ਰਹਿ ਰਿਹਾ। ਸਾਨੂੰ ਇਹ ਗੱਲ ਨੂੰ ਨਿਸ਼ਚੇ ਨਾਲ ਸਮਝ ਲੈਣਾ ਚਾਹੀਦਾ। ਕੋਟ ਯਤਨ ਅਪਾਵ ਮਿਥਿਆ, ਕਛੂ ਨਾ ਆਵੈ ਕਾਮ। ਕੋਟ ਕਰੋੜਾਂ ਹੀ ਮਿਥਿਆ ਮੰਨ ਲਏ ਗਏ ਭਾਵ ਝੂਠੇ ਅਪਾਵ, ਜਿਹੜੇ ਸਦਾ ਨਹੀਂ ਹੈ। ਕੋਟ ਯਤਨ ਅਪਾਵ ਮਿਥਿਆ। ਗੁਰਦੇਵ ਕਹਿੰਦੇ ਇਹ ਮਿਥਿਆ ਵਾਏ, ਝੂਠੇ ਆਏ, ਸਤ ਨਹੀਂ ਹੈ। ਕਰੋੜਾਂ ਹੀ ਕੀਤੇ ਹੋਏ ਹੋਰ ਕਾਰ ਵਿਹਾਰ ਜਿੰਨੇ ਵੀ ਸਵੇਰ ਤੋਂ ਸ਼ਾਮ ਤੱਕ ਕੀਤੇ ਜਾਂਦੇ, ਬਿਨਾਂ ਪਰਮਾਤਮਾ ਦੇ, ਪਰਮੇਸ਼ਰ ਦੇ, ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ ਕਛੂ ਨਾ ਆਵੈ ਕਾਮ। ਸਰਣ ਸਾਧੂ ਨਿਰਮਲਾ, ਗਤ ਹੋਏ ਪ੍ਰਭ ਕੈ ਨਾਮ। ਸਤਿਗੁਰੂ ਜੀ ਕਹਿੰਦੇ ਸਾਧੂ ਜਨਾਂ ਦੀ ਸ਼ਰਨ ਵਿੱਚ ਆ ਕਰਕੇ ਗੁਰੂ ਨਾਨਕ ਮਹਾਰਾਜ ਦੇ ਗਿਆਨ ਉਪਦੇਸ਼ ਨੂੰ ਸਮਝ ਕੇ, ਸਿੱਖ ਕੇ ਪਰਮਾਤਮਾ ਦਾ ਜੇ ਨਾਮ ਕੋਈ ਜਪੇਗਾ ਉਹ ਹੀ ਸੁਖੀ ਹੋਵੇਗਾ। ਸਰਣ ਸਾਧੂ ਨਿਰਮਲਾ, ਗਤ ਹੋਏ ਪ੍ਰਭ ਕੈ ਨਾਮ। ਗਤ ਹੋਏ ਮੁਕਤੀ ਹੋ ਜਾਵੇਗੀ, ਬੰਦਾ ਸੁਖੀ ਹੋ ਜਾਵੇਗਾ। ਦੁੱਖ ਨੂੰ ਦੁਖੀ ਨਹੀਂ ਕਰਨਗੇ। ਜਦੋਂ ਪਰਮਾਤਮਾ ਦਾ, ਪਰਮੇਸ਼ਰ ਦਾ, ਵਾਹਿਗੁਰੂ ਦਾ ਨਾਮ ਜਪੇਗਾ। ਅਗਮ ਦਇਆਲ ਪ੍ਰਭੂ ਊਚਾ, ਸਰਣ ਸਾਧੂ ਜੋਗ। ਉਹ ਪਰਮਾਤਮਾ ਬਹੁਤ ਉੱਚਾ, ਮਨ ਬਾਣੀ ਤੋਂ ਉੱਪਰ ਹੈ। ਬਾਣੀ ਕਰਕੇ, ਮਨ ਕਰਕੇ, ਬੁੱਧੀ ਕਰਕੇ ਅਸੀਂ ਉਹਨੂੰ ਨਹੀਂ ਜਾਣ ਸਕਦੇ। ਉਹ ਮਨ ਬਾਣੀ ਦੀ ਗਮਤਾ ਤੋਂ ਉੱਪਰ ਹੈ। ਸਤਿਗੁਰੂ ਜੀ ਇੱਥੇ ਸਾਨੂੰ ਸਿੱਖਿਆ ਦੇ ਰਹੇ ਆ ਵੀ ਉਸ ਪਰਮਾਤਮਾ ਨੂੰ ਨਾਮ ਜਪ ਕੇ ਸ਼ਰਧਾ ਅਤੇ ਭਾਵਨਾ ਨਾਲ ਉਹਦੀ ਬਖਸ਼ਿਸ਼ ਹੋ ਜਾ ਸਕਦੀ, ਉਹਨੂੰ ਜਾਣਿਆ ਜਾ ਸਕਦਾ, ਉਹਦੇ ਦਰਸ਼ਨ ਹੋ ਸਕਦੇ। ਅਗਮ ਦਇਆਲ ਪ੍ਰਭੂ ਊਚਾ, ਉਹ ਪਰਮਾਤਮਾ ਆਗਾਮਿਆ। ਫਿਰ ਉਹਦੇ 'ਚ ਹੋਰ ਕੀ ਖੂਬੀ ਆ? ਉਹ ਦਿਆਲੂ ਕਿਰਪਾਲੂ, ਆਪਣੇ ਭਗਤਾਂ ਨਾਲ ਉਹ ਪ੍ਰੇਮ ਕਰਦਾ, ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਦਾ। ਉਹ ਸਦਾ ਹੀ ਦਿਆਲੂ ਕਿਰਪਾਲੂ। ਸਿਰਫ ਸਾਡੀ ਸਮਝ ਘੱਟ ਆ, ਅਸੀਂ ਪਰਮਾਤਮਾ ਦਾ ਜਸ ਨਹੀਂ ਕਰਦੇ, ਨਾਮ ਨਹੀਂ ਜਪਦੇ, ਚੇਤਾ ਕਰਦੇ ਰਹਿੰਦੇ ਉਹਨਾਂ ਵਿਕਾਰਾਂ ਅਤੇ ਵਿਸ਼ਿਆਂ ਦਾ, ਚੇਤਾ ਕਰਦੇ ਰਹਿੰਦੇ ਸੰਸਾਰ ਪਰਿਵਾਰ ਦਾ, ਜਿਹੜੇ ਸਾਨੂੰ ਕਿਸੇ ਤਰ੍ਹਾਂ ਵੀ ਸੁੱਖ ਨਹੀਂ ਦੇ ਸਕਦੇ। ਅਗਮ ਦਇਆਲ ਪ੍ਰਭੂ ਊਚਾ, ਸਰਣ ਸਾਧੂ ਯੋਗ। ਜਿਹੜਾ ਪ੍ਰਭੂ ਪਰਮਾਤਮਾ ਸੰਤਾਂ ਨੂੰ, ਭਗਤਾਂ ਨੂੰ ਸ਼ਰਨ ਦੇਣ ਵਾਲਾ, ਉਸ ਪ੍ਰਭੂ ਪਰਮਾਤਮਾ ਦੀ ਸ਼ਰਣਾ ਵਿੱਚ ਜਾਣ ਵਾਸਤੇ ਹਿੰਮਤ ਮਾਰੋ। ਵਾਹਿਗੁਰੂ ਦਾ, ਪਰਮਾਤਮਾ ਦਾ, ਪਰਮੇਸ਼ਰ ਦਾ ਨਾਮ ਜਪਣਾ ਕਰੋ। ਤਿਸ ਪ੍ਰਾਪਤ ਨਾਨਕਾ, ਜਿਸ ਲਿਖਿਆ ਤੁਰ ਸੰਜੋ। ਇਹ ਸੱਚ ਉਹਨੂੰ ਸਮਝ ਆਉਂਦਾ। ਸਤ ਸੰਗਤ ਉਹਨੂੰ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ। ਸਤ ਸੰਗਤ ਵਿੱਚੋਂ ਕੀਮਤੀ ਇਹ ਉੱਤਮ ਬਚਨ ਉਹਦੇ ਪੱਲੇ ਪੈਂਦੇ, ਜਿਸ ਲਿਖਿਆ ਤੁਰ ਸੰਜੋ। ਜਿਹਦੇ ਭਾਗ ਚੰਗੇ, ਜਿਹਦਾ ਵਾਹਿਗੁਰੂ ਪ੍ਰੀਤਮ ਨਾਲ ਪ੍ਰੇਮ ਪੈ ਜਾਂਦਾ, ਉਹਨੂੰ ਫਿਰ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ, ਪ੍ਰਾਪਤੀ ਹੋ ਜਾਂਦੀ ਪ੍ਰਭੂ ਦੀ, ਸਮਝ ਉੱਚੀ ਹੋ ਜਾਂਦੀ। ਚੰਗੇ ਭਾਗਾਂ ਕਰਕੇ, ਚੰਗੇ ਕਰਮ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਵੀ
ਜਿਹੜਾ ਵੀ ਇਸ ਤਰੀਕੇ ਨਾਲ ਵਾਹਿਗੁਰੂ ਦਾ, ਪਰਮਾਤਮਾ ਦਾ, ਪਰਮੇਸ਼ਰ ਦਾ ਨਾਮ ਜਪਦਾ, ਉਹਨੂੰ ਹਰ ਤਰ੍ਹਾਂ ਦਾ ਸੁੱਖ ਨਸੀਬ ਹੋ ਜਾਂਦਾ। ਸਤਿਗੁਰੂ ਜੀ ਹੋਰ ਬਚਨ ਦੁਆਰਾ ਸਾਨੂੰ ਜਾਚ ਦੱਸਦੇ ਵੀ ਇਸ ਤਰ੍ਹਾਂ ਵਾਹਿਗੁਰੂ ਨੂੰ ਚੇਤੇ ਕਰਦਾ ਰਹਿਣਾ ਚਾਹੀਦਾ, ਯਾਦ ਕਰਦੇ ਰਹਿਣਾ ਚਾਹੀਦਾ, ਉਹਦੀ ਉਪਮਾ ਕਰਨੀ ਚਾਹੀਦੀ ਹੈ। ਜਦੋਂ ਮਨ ਵਿੱਚ ਇਹ ਵਿਚਾਰ ਪੱਕ ਜਾਣ ਫਿਰ ਬੰਦਾ ਦੁਖੀ ਨਹੀਂ ਹੁੰਦਾ। ਤੂੰ ਦਾਨਾ ਤੂੰ ਆਪ ਚਲ ਤੂੰ ਹੀ, ਤੂੰ ਜਾਤ ਮੇਰੀ ਪਾਤੀ, ਸਭ ਕੁਝ ਮੇਰਾ ਤੂੰ ਹੀ ਆ। ਜਾਤ ਧਰਮ ਇੱਜ਼ਤ ਪਤ ਹੈ ਪਰਮਾਤਮਾ ਤੂੰ, ਸਭ ਕੁਝ ਮੇਰਾ। ਤੂੰ ਦਾਨਾ ਬਹੁਤ ਉੱਚੀ ਸਮਝ ਰੱਖਦਾ, ਤੂੰ ਅਡੋਲ ਕਦੇ ਡੋਲੇ ਨਾਹੀਂ, ਤਾਂ ਹਮ ਕੈਸੀ ਤਾਤੀ। ਜੇ ਇਹ ਉੱਤਮ ਵਿਚਾਰ ਦਿਮਾਗ ਵਿੱਚ ਆ ਜਾਣ ਵੀ ਪਰਮਾਤਮਾ ਆਪ ਡੋਲਦਾ ਨਹੀਂ, ਸਾਨੂੰ ਡੋਲਣ ਨਹੀਂ ਦਿੰਦਾ, ਉਹ ਸਭ ਤਾਕਤਾਂ ਦਾ ਮਾਲਕ ਆ, ਇਸ ਲਈ ਉਹਦਾ ਨਾਮ ਜਪਣਾ ਚਾਹੀਦਾ, ਉਹਨੂੰ ਚੇਤੇ ਕਰਨਾ ਚਾਹੀਦਾ। ਜਿਹੜਾ ਵੀ ਇਸ ਤਰੀਕੇ ਨਾਲ ਚੇਤੇ ਕਰਦਾ, ਉਹਨੂੰ ਕਦੀ ਵੀ ਸੰਸਾਰਕ ਦੁੱਖ, ਪਾਤਸ਼ਾਹ ਕਹਿੰਦੇ, ਦੁਖੀ ਨਹੀਂ ਕਰਦੇ। ਤੁਮ ਪੂਰਨ ਪੂਰ ਰਹੇ ਸੰਪੂਰਨ, ਹਮ ਵੀ ਸੰਗ ਗਾਏ। ਕਿਉਂਕਿ ਤੂੰ ਪੂਰਨ ਰੂਪ ਵਿੱਚ ਹਰ ਜਗ੍ਹਾ ਉੱਤੇ ਪੂਰਨ ਆ, ਅਤੇ ਜਦੋਂ ਅਸੀਂ ਤੁਹਾਡੀ ਸੰਗਤ ਕੀਤੀ, ਸੰਗਤ ਕਰਕੇ ਅਸੀਂ ਵੀ ਤ੍ਰਿਪਤ ਹੋ ਕੇ ਰੱਜ ਗਏ, ਸਬਰ ਸੰਤੋਖ 'ਤੇ ਟਿਕ ਗਏ। ਸਮਝ ਪਈ ਪਰਮਾਤਮਾ ਵਾਹਿਗੁਰੂ ਦਾ ਜਾਪ ਕਰਨ ਵਾਲਾ ਭਗਤ ਗੁਰਮੁਖ ਪਰਮੇਸ਼ਰ ਦੇ ਗੁਣ ਗਾ ਕੇ ਪਰਮੇਸ਼ਰ ਵਰਗੇ ਉੱਚੇ ਗੁਣਾਂ ਨੂੰ ਹਿਰਦੇ ਅੰਦਰ ਧਾਰਨ ਕਰ ਲੈਂਦਾ। ਮਿਲਤ 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 ਮਲ ਰਿਹਾ, ਮਿਲ ਰਿਹਾ ਨਾਨਕ ਕਹਿਣ ਨਾ ਜਾਏ। ਇਹ ਗੁਰਦੇਵ ਸਿੱਖਿਆ ਦੇ ਰਿਹਾ ਵੀ ਜਿਹੜਾ ਇਸ ਤਰ੍ਹਾਂ ਮਨ ਕਰਕੇ, ਬੁੱਧੀ ਕਰਕੇ, ਤਨ ਕਰਕੇ, ਬਾਣੀ ਕਰਕੇ ਪਰਮਾਤਮਾ ਨੂੰ ਯਾਦ ਕਰਦਾ, ਉਹਦੇ 'ਤੇ ਜ਼ਰੂਰ ਵਾਹਿਗੁਰੂ ਦੀ ਪ੍ਰੀਤਮ ਦੀ ਕਿਰਪਾ ਹੋ ਜਾਂਦੀ, ਬਖਸ਼ਿਸ਼ ਹੋ ਜਾਂਦੀ। ਸਤਿਗੁਰੂ ਜੀ ਦੇ ਬਚਨਾਂ ਨੂੰ ਯਾਦ ਕਰ ਲਈਏ। ਛਾੜ ਸਗਲ ਸਿਆਣਪਾਂ, 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 ਛਾੜ ਸਗਲ ਸਿਆਣਪਾਂ। ਸਾਧ ਸਰਣੀ ਆਓ, 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 ਸਾਧ ਸਰਣੀ ਆਓ। ਪਾਰ ਬ੍ਰਹਮ ਪਰਮੇਸ਼ਰ, 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 ਪਾਰ ਬ੍ਰਹਮ ਪਰਮੇਸ਼ਰ। ਪ੍ਰਭੂ ਕੇ ਗੁਣ ਗਾਓ, 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 ਪ੍ਰਭੂ ਕੇ ਗੁਣ ਗਾਓ। ਰੇ ਚਿਤ ਚਰਨ ਕਮਲ ਆਰਾਧ, ਰੇ ਚਿਤ ਚਰਨ ਕਮਲ ਆਰਾਧ, ਰੇ ਚਿਤ ਚਰਨ ਕਮਲ ਆਰਾਧ, ਰੇ ਚਿਤ ਚਰਨ ਕਮਲ ਆਰਾਧ। ਸਰਬ ਸੁਖ ਕਲਿਆਣ ਪਾਵੇਂ, ਸਰਬ ਸੁਖ ਕਲਿਆਣ ਪਾਵੇਂ, ਸਰਬ ਸੁਖ ਕਲਿਆਣ ਪਾਵੇਂ, ਸਰਬ ਸੁਖ ਕਲਿਆਣ ਪਾਵੇਂ,
ਸਰਬ ਸੁਖ ਕਲਿਆਣ ਪਾਵੇਂ, ਸਰਬ ਸੁਖ ਕਲਿਆਣ ਪਾਵੇਂ, ਸਰਬ ਸੁਖ ਕਲਿਆਣ ਪਾਵੇਂ, ਸਰਬ ਸੁਖ ਕਲਿਆਣ ਪਾਵੇਂ। ਮਿਟੇ ਸਗਲ ਉਪਾਦ, ਮਿਟੇ ਸਗਲ ਉਪਾਦ, ਮਿਟੇ ਸਗਲ ਉਪਾਦ, ਮਿਟੇ ਸਗਲ ਉਪਾਦ। ਅਗਮ ਦਿਆਲ ਪ੍ਰਭੂ ਊਚਾ, ਅਗਮ ਦਿਆਲ ਪ੍ਰਭੂ ਊਚਾ, ਅਗਮ ਦਿਆਲ ਪ੍ਰਭੂ ਊਚਾ, ਅਗਮ ਦਿਆਲ ਪ੍ਰਭੂ ਊਚਾ। ਸਰਣ ਸਾਧੂ ਜੋਗ, ਸਰਣ ਸਾਧੂ ਜੋਗ, ਸਰਣ ਸਾਧੂ ਜੋਗ, ਸਰਣ ਸਾਧੂ ਜੋਗ। ਤਿਸ ਪ੍ਰਾਪਤ ਨਾਨਕਾ, ਤਿਸ ਪ੍ਰਾਪਤ ਨਾਨਕਾ, ਤਿਸ ਪ੍ਰਾਪਤ ਨਾਨਕਾ, ਤਿਸ ਪ੍ਰਾਪਤ ਨਾਨਕਾ। ਤਿਸ ਪ੍ਰਾਪਤ ਨਾਨਕਾ, ਤਿਸ ਪ੍ਰਾਪਤ ਨਾਨਕਾ, ਤਿਸ ਪ੍ਰਾਪਤ ਨਾਨਕਾ, ਤਿਸ ਪ੍ਰਾਪਤ ਨਾਨਕਾ। ਜਿਸ ਲਿਖਿਆ ਧੁਰ ਸੰਜੋਗ, ਜਿਸ ਲਿਖਿਆ ਧੁਰ ਸੰਜੋਗ, ਜਿਸ ਲਿਖਿਆ ਤੁਰ ਸੰਜੋਗ, ਜਿਸ ਲਿਖਿਆ ਤੁਰ ਸੰਜੋਗ। ਜਿਸ ਲਿਖਿਆ ਧੁਰ ਸੰਜੋਗ, ਜਿਸ ਲਿਖਿਆ ਧੁਰ ਸੰਜੋਗ, ਜਿਸ ਲਿਖਿਆ ਤੁਰ ਸੰਜੋਗ, ਜਿਸ ਲਿਖਿਆ ਧੁਰ ਸੰਜੋਗ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਸਾਨੂੰ ਵੀ ਇਸ ਤਰ੍ਹਾਂ ਦੀ ਮਤ ਬੁੱਧ ਆ ਜਾਵੇ। ਛਾੜ ਸਗਲ ਸਿਆਣਪਾਂ ਸਾਧ ਸਰਣੀ ਆਓ, ਪਾਰ ਬ੍ਰਹਮ ਪਰਮੇਸ਼ਰੋ ਪ੍ਰਭੂ ਕੇ ਗੁਣ ਗਾਓ। ਹਿਰਦੇ ਦੁਆਰਾ ਪਰਮਾਤਮਾ ਨੂੰ ਯਾਦ ਕਰੀਏ, ਨਾਮ ਜਪੀਏ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।